प्यारे विद्यार्थियों, ਅੱਜ ਅਸੀਂ ਕੰਪਿਊਟਰ ਸਾਇੰਸ ਵਿਸ਼ੇ ਦੇ 9ਵੀਂ ਜਮਾਤ ਦੇ ਪਾਠ ਨੰਬਰ 3 ਨੈਟਵਰਕਿੰਗ ਦੀ ਗੱਲ ਕਰਾਂਗੇ, ਜਿਸ ਵਿੱਚ ਅਸੀਂ ਦੇਖਾਂਗੇ ਨੈਟਵਰਕ ਕੀ ਹੁੰਦਾ ਹੈ, ਨੈਟਵਰਕ ਦੀ ਲੋੜ ਕੀ ਹੈ, ਨੈਟਵਰਕ ਦੇ ਭਾਗ ਕੀ ਹਨ, ਨੈਟਵਰਕ ਦੀ ਬਣਤਰ ਕੀ ਹੁੰਦੀ ਹੈ। ਸੋ ਆਓ ਅਸੀਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਨੈਟਵਰਕਿੰਗ ਕੀ ਹੈ ਅਤੇ ਨੈਟਵਰਕਿੰਗ ਦੀ ਲੋੜ ਕਿਉਂ ਪੈਂਦੀ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਦੋ ਜਾਂ ਦੋ ਤੋਂ ਜ਼ਿਆਦਾ ਕੰਪਿਊਟਰ ਨੂੰ ਜਦੋਂ ਅਸੀਂ ਤਾਰਾਂ ਦੇ ਨਾਲ ਜਾਂ ਤਾਰਾਂ ਤੋਂ ਬਗੈਰ ਹਵਾਈ ਰਸਤੇ ਨਾਲ ਆਪਸ ਵਿੱਚ ਜੋੜ ਦਿੰਦੇ ਹਾਂ ਤਾਂ ਉਸ ਨੂੰ ਅਸੀਂ ਨੈਟਵਰਕ ਬੋਲਦੇ ਹਾਂ। ਨੈਟਵਰਕ ਤਿਆਰ ਕਰਨ ਲਈ ਜਿਹੜਾ ਤਰੀਕਾ ਵਰਤਿਆ ਜਾਂਦਾ ਹੈ ਉਸ ਨੂੰ ਅਸੀਂ ਨੈਟਵਰਕਿੰਗ ਬੋਲਦੇ ਹਾਂ। ਨੈਟਵਰਕਿੰਗ ਦੀ ਲੋੜ ਕਿਉਂ ਪੈਂਦੀ ਹੈ? ਜਦੋਂ ਅਸੀਂ ਡਾਟੇ, ਸੂਚਨਾਵਾਂ, ਸੌਫਟਵੇਅਰ ਜਾਂ ਹਾਰਡਵੇਅਰ ਇਹਨਾਂ ਵਿੱਚੋਂ ਕਿਸੇ ਨੂੰ ਵੀ ਆਪਸ ਵਿੱਚ ਵੱਖ-ਵੱਖ ਕੰਪਿਊਟਰਾਂ ਵਿੱਚ ਸਾਂਝਾ ਕਰਨਾ ਹੋਵੇ ਤਾਂ ਉਸ ਟਾਈਮ ਤੇ ਅਸੀਂ ਨੈਟਵਰਕਿੰਗ ਦੀ ਮਦਦ ਲੈਂਦੇ ਹਾਂ, ਜਾਂ ਕਹਿ ਲਿਆ ਜਾਵੇ ਕਿ ਨੈਟਵਰਕਿੰਗ ਦੀ ਵਰਤੋਂ ਡਾਟੇ, ਜਾਣਕਾਰੀ, ਸੌਫਟਵੇਅਰ ਅਤੇ ਹਾਰਡਵੇਅਰ ਨੂੰ ਸਾਂਝਾ ਕਰਨ ਲਈ ਕੀਤੀ ਜਾਂਦੀ ਹੈ। ਜਿਵੇਂ ਕਿ ਤੁਸੀਂ ਤਸਵੀਰ ਵਿੱਚ ਵੇਖ ਰਹੇ ਹੋ ਕਿ ਇੱਕ ਪ੍ਰਿੰਟਰ ਨੂੰ 3 ਯੂਜ਼ਰ ਆਪਸ ਵਿੱਚ ਸ਼ੇਅਰ ਕਰ ਰਹੇ ਹਨ ਅਤੇ ਸ਼ੇਅਰ ਕਰਨ ਲਈ ਉਹ ਨੈਟਵਰਕ ਦੀ ਵਰਤੋਂ ਕਰ ਰਹੇ ਹਨ। ਅੱਗੇ ਅਸੀਂ ਗੱਲ ਕਰਾਂਗੇ ਕਿ ਨੈਟਵਰਕ ਦੇ ਕਿਹੜੇ-ਕਿਹੜੇ ਭਾਗ ਹੁੰਦੇ ਹਨ। ਆਮ ਤੌਰ ਤੇ ਨੈਟਵਰਕ ਦੇ 2 ਭਾਗ ਹੁੰਦੇ ਹਨ। ਨੈਟਵਰਕ ਦਾ ਕਲਾਇੰਟ ਜਾਂ ਜਿਸ ਨੂੰ ਅਸੀਂ ਨੋਡ ਵੀ ਬੋਲਦੇ ਹਾਂ, ਅਤੇ ਦੂਸਰਾ ਭਾਗ ਹੁੰਦਾ ਹੈ ਸਰਵਰ। ਸਰਵਰ ਅਤੇ ਕਲਾਇੰਟ ਇੱਕ ਕਿਸਮ ਦੇ ਕੰਪਿਊਟਰ ਹੀ ਹੁੰਦੇ ਹਨ। ਫਰਕ ਕੀ ਹੁੰਦਾ ਹੈ ਕਿ ਸਰਵਰ ਦੇ ਵਿੱਚ ਮੁੱਖ ਜਾਣਕਾਰੀ ਸਟੋਰ ਹੁੰਦੀ ਹੈ। ਇਹ ਇੱਕ ਕਿਸਮ ਦਾ ਸ਼ਕਤੀਸ਼ਾਲੀ ਕੰਪਿਊਟਰ ਹੁੰਦਾ ਹੈ ਜਿਸ ਦਾ ਮੁੱਖ ਕੰਮ ਸੂਚਨਾ ਜਾਂ ਸਰੋਤਾਂ ਦੀ ਸਾਂਝ ਕਰਨ ਵਿੱਚ ਮਦਦ ਕਰਨਾ ਅਤੇ ਬਾਕੀ ਨੋਡਸ ਜਾਂ ਬਾਕੀ ਕਲਾਇੰਟਸ ਨੂੰ ਕੰਟਰੋਲ ਕਰਨਾ। ਕਲਾਇੰਟਸ ਕੀ ਹੁੰਦੇ ਹਨ? ਕਲਾਇੰਟਸ ਜਾਂ ਨੋਡ ਇੱਕ ਆਮ ਕੰਪਿਊਟਰ ਸਿਸਟਮ ਹੁੰਦਾ ਹੈ ਜਿਹੜਾ ਨੈਟਵਰਕ ਦੇ ਜ਼ਰੀਏ ਬਾਕੀ ਕੰਪਿਊਟਰਸ ਦੇ ਨਾਲ ਜੁੜਿਆ ਹੁੰਦਾ ਹੈ। ਨੈਟਵਰਕ ਇੰਟਰਫੇਸ ਕਾਰਡ ਇੱਕ ਕੰਪਿਊਟਰ ਦੇ ਵਿੱਚ ਲੱਗਾ ਹੋਇਆ ਸਰਕਟ ਬੋਰਡ ਹੁੰਦਾ ਹੈ ਜਿਸ ਉੱਤੇ ਵੱਖ-ਵੱਖ ਕਿਸਮ ਦੇ ਆਈਸੀਜ਼ ਜਾਂ ਹੋਰ ਇਲੈਕਟ੍ਰੋਨਿਕਸ ਪਾਰਟਸ ਜਿਹੜੇ ਨੇ ਇੰਸਟਾਲ ਹੋਏ ਹੁੰਦੇ ਹਨ। ਨੈਟਵਰਕ ਇੰਟਰਫੇਸ ਕਾਰਡ ਸਾਡੇ ਕੰਪਿਊਟਰ ਵਿੱਚ ਇੰਸਟਾਲ ਹੋਣ ਤੋਂ ਬਾਅਦ ਸਾਡੇ ਕੰਪਿਊਟਰ ਨੂੰ ਦੂਸਰੇ ਕੰਪਿਊਟਰ ਦੇ ਨਾਲ ਜੋੜਨ ਵਿੱਚ ਮਦਦ ਕਰਦਾ ਹੈ। ਨੈਟਵਰਕ ਇੰਟਰਫੇਸ ਕਾਰਡ 2 ਤਰ੍ਹਾਂ ਦੇ ਹੁੰਦੇ ਹਨ। ਇੱਕ ਤਾਰ ਵਾਲਾ ਜਿਹਨੂੰ ਅਸੀਂ ਵਾਇਰਡ ਨੈਟਵਰਕ ਇੰਟਰਫੇਸ ਕਾਰਡ ਬੋਲਦੇ ਹਾਂ, ਅਤੇ ਦੂਸਰਾ ਬਿਨਾਂ ਤਾਰ ਵਾਲਾ ਜਿਸ ਨੂੰ ਅਸੀਂ ਵਾਇਰਲੈਸ ਨੈਟਵਰਕ ਇੰਟਰਫੇਸ ਕਾਰਡ ਬੋਲਦੇ ਹਾਂ। ਹੱਬ ਜਾਂ ਸਵਿੱਚ। ਹੱਬ ਜਾਂ ਸਵਿੱਚ ਇੱਕ ਅਜਿਹਾ ਯੰਤਰ ਹੈ ਜੋ ਤੁਹਾਨੂੰ ਵੱਖ-ਵੱਖ ਕੰਪਿਊਟਰ ਨੂੰ ਆਪਸ ਵਿੱਚ ਜੋੜਨ ਦੀ ਆਗਿਆ ਦਿੰਦਾ ਹੈ। ਸਧਾਰਨ ਰੂਪ ਵਿੱਚ ਹੱਬ ਇੱਕ ਪੋਰਟ ਤੋਂ ਪ੍ਰਾਪਤ ਹੋਏ ਡਾਟੇ ਨੂੰ ਡੁਪਲੀਕੇਟ ਕਰਨ ਦਾ ਕੰਮ ਕਰਦਾ ਹੈ। ਹੱਬ ਨਾਲ ਜੁੜੇ ਸਮੂਹ ਯੰਤਰਾਂ ਦੇ ਵਿਚਕਾਰ ਡਾਟੇ ਦੀ ਵੰਡ ਦੀ ਆਗਿਆ ਵੀ ਦਿੰਦਾ ਹੈ, ਭਾਵ ਕਿ ਹੱਬ ਵੱਖ-ਵੱਖ ਕੰਪਿਊਟਰਾਂ ਦੇ ਵਿੱਚ ਡਾਟੇ ਦੇ ਸੰਚਾਰ ਨੂੰ ਕੰਟਰੋਲ ਕਰਦਾ ਹੈ। ਅੱਗੇ ਅਸੀਂ ਗੱਲ ਕਰਦੇ ਹਾਂ ਰਾਊਟਰ ਕੀ ਹੁੰਦਾ ਹੈ। ਰਾਊਟਰ ਵੀ ਇੱਕ ਹਾਰਡਵੇਅਰ ਡਿਵਾਈਸ ਹੈ ਜੋ ਡਾਟੇ ਨੂੰ ਪ੍ਰਾਪਤ ਕਰਦੀ ਹੈ। ਪ੍ਰਾਪਤ ਕਰਨ ਤੋਂ ਬਾਅਦ ਡਾਟੇ ਦਾ ਨਿਰੀਖਣ ਕਰਕੇ ਉਸ ਨੂੰ ਨੈਟਵਰਕ ਦੇ ਵਿੱਚ ਅੱਗੇ ਭੇਜਣ ਵਿੱਚ ਜਾਂ ਅੱਗੇ ਫਾਰਵਰਡ ਕਰਨ ਵਿੱਚ ਨੈਟਵਰਕ ਦੀ ਮਦਦ ਕਰਦੀ ਹੈ। ਨੈਟਵਰਕ ਦੇ ਲਾਭ ਕੀ ਹੁੰਦੇ ਹਨ? ਨੈਟਵਰਕ ਦਾ ਸਭ ਤੋਂ ਪਹਿਲਾ ਲਾਭ ਹੈ ਡਾਟਾ ਅਤੇ ਸੂਚਨਾਵਾਂ ਦੀ ਸਾਂਝ ਕਰਨਾ, ਭਾਵ ਅਗਰ ਕੋਈ ਵੀ ਡਾਟਾ ਕਿਸੇ A ਨਾਂ ਦੇ ਕੰਪਿਊਟਰ ਵਿੱਚ ਸਟੋਰ ਹੈ ਤਾਂ ਅਸੀਂ ਨੈਟਵਰਕ ਦੇ ਜ਼ਰੀਏ ਕਿਸੇ B ਨਾਂ ਦੇ ਕੰਪਿਊਟਰ ਨੂੰ ਚਲਾ ਕੇ A ਨਾਂ ਦੇ ਕੰਪਿਊਟਰ ਵਿੱਚੋਂ ਡਾਟੇ ਨੂੰ ਦੇਖ ਸਕਦੇ ਹਾਂ। ਅੱਗੇ ਗੱਲ ਕਰਦੇ ਹਾਂ ਹਾਰਡਵੇਅਰ ਅਤੇ ਸੌਫਟਵੇਅਰ ਦੀ ਸਾਂਝ ਕਰਨਾ। ਨੈਟਵਰਕ ਦੀ ਵਰਤੋਂ ਵੱਖ-ਵੱਖ ਪ੍ਰਕਾਰ ਦੇ ਹਾਰਡਵੇਅਰ ਜਿਵੇਂ ਪ੍ਰਿੰਟਰ, ਸਕੈਨਰ ਜਾਂ ਹੋਰ ਜਿੰਨੇ ਵੀ
ਹਾਰਡਵੇਅਰ ਹੁੰਦੇ ਹਨ ਉਹਨਾਂ ਦੀ ਸਾਂਝ ਕਰਨ ਦੀ ਆਗਿਆ ਦਿੰਦਾ ਹੈ। ਫਾਈਲ ਦੀ ਇੰਟੈਗ੍ਰਿਟੀ ਨੂੰ ਬਣਾ ਕੇ ਰੱਖਦਾ ਹੈ। ਨੈਟਵਰਕ ਦੇ ਰਾਹੀਂ ਫਾਈਲਾਂ ਦੀ ਅਖੰਡਤਾ ਬਣੀ ਰਹਿੰਦੀ ਹੈ, ਜਿਸ ਨਾਲ ਸਮੇਂ ਦੀ ਕਾਫੀ ਬਚਤ ਹੁੰਦੀ ਹੈ। ਨੈਟਵਰਕ ਵਿੱਚ ਫਾਈਲਾਂ ਦੀ ਵਰਤੋਂ ਅਤੇ ਸਾਂਝ ਬਹੁਤ ਹੀ ਤੇਜ਼ੀ ਨਾਲ ਹੁੰਦੀ ਹੈ। ਨੈਟਵਰਕ ਇੱਕ ਸਸਤਾ ਸਾਧਨ ਹੈ। ਨੈਟਵਰਕ ਵਿੱਚ ਸਾਨੂੰ ਭਰੋਸੇਯੋਗਤਾ ਮਿਲਦੀ ਹੈ, ਭਾਵ ਨੈਟਵਰਕ ਸਾਨੂੰ ਬਹੁਤ ਸਾਰੇ ਸਰੋਤਾਂ ਨੂੰ ਵਰਤਣ ਦਾ ਭਰੋਸਾ ਦਿਵਾਉਂਦਾ ਹੈ। ਬੈਕਅਪ ਤੋਂ ਭਾਵ ਕਿ ਅਸੀਂ ਆਪਣੇ ਤਿਆਰ ਕੀਤੇ ਹੋਏ ਡਾਟੇ ਨੂੰ ਭਵਿੱਖ ਲਈ ਸਾਂਭ ਕੇ ਰੱਖ ਸਕੀਏ। ਨੈਟਵਰਕ 'ਤੇ ਨਿਰਭਰ ਕਰਦੇ ਹੋਏ ਜਦੋਂ ਅਸੀਂ ਡਾਟੇ ਨੂੰ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਵਿੱਚ ਟਰਾਂਸਫਰ ਕਰਦੇ ਹਾਂ ਤਾਂ ਉਹ ਡਾਟਾ ਕਾਫੀ ਤੇਜ਼ ਸਪੀਡ ਦੇ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਉੱਤੇ ਟਰਾਂਸਫਰ ਹੁੰਦਾ ਹੈ। ਨੈਟਵਰਕ ਦੀਆਂ ਹਾਨੀਆਂ ਕੀ ਹੁੰਦੀਆਂ ਹਨ? ਸਭ ਤੋਂ ਮੁੱਖ ਹਾਨੀ ਨੈਟਵਰਕ ਦਾ ਫੇਲ ਹੋ ਜਾਣਾ। ਇਸ ਤੋਂ ਭਾਵ ਕਿ ਕਈ ਵਾਰ ਸਾਡਾ ਨੈਟਵਰਕ ਫੇਲ ਹੋ ਜਾਂਦਾ ਹੈ, ਜਿਸ ਦੇ ਨਾਲ ਸਾਡੀਆਂ ਨੈਟਵਰਕ ਨਾਲ ਸੰਬੰਧਿਤ ਮੁੱਖ ਸੁਵਿਧਾਵਾਂ ਵੀ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ। ਮੈਨੇਜਮੈਂਟ, ਨੈਟਵਰਕ ਨੂੰ ਮੈਨੇਜ ਕਰਨਾ ਭਾਵ ਨੈਟਵਰਕ ਦੀ ਸਾਂਭ ਸੰਭਾਲ ਕਰਨੀ ਕਾਫੀ ਔਖੀ ਹੁੰਦੀ ਹੈ। ਸਿਕਿਉਰਿਟੀ ਤੋਂ ਭਾਵ ਕਿ ਨੈਟਵਰਕ ਦੀ ਸੁਰੱਖਿਆ। ਇੱਕ ਸਮੇਂ 'ਤੇ ਬਹੁਤ ਜ਼ਿਆਦਾ ਯੂਜ਼ਰ ਡਾਟੇ ਨੂੰ ਸ਼ੇਅਰ ਕਰ ਰਹੇ ਹੁੰਦੇ ਹਨ, ਸੋ ਜਿਸ ਦੇ ਨਾਲ ਡਾਟੇ ਦੇ ਚੋਰੀ ਹੋਣ ਦਾ ਡਰ ਵੱਧ ਜਾਂਦਾ ਹੈ। ਸੋ ਇਹ ਵੀ ਇੱਕ ਕਿਸਮ ਦੀ ਨੈਟਵਰਕ ਦੀ ਹਾਨੀ ਹੈ। ਹਾਰਡਵੇਅਰ ਗੁੰਝਲਤਾ ਤੋਂ ਭਾਵ ਕਿ ਇੱਕ ਨੈਟਵਰਕ ਵਿੱਚ ਕਈ ਪ੍ਰਕਾਰ ਦੀਆਂ ਤਾਰਾਂ ਅਤੇ ਕਈ ਪ੍ਰਕਾਰ ਦੇ ਯੰਤਰ ਲੱਗੇ ਹੁੰਦੇ ਹਨ, ਜਿਨ੍ਹਾਂ ਦੀ ਸਾਂਭ ਸੰਭਾਲ ਕਰਨੀ ਵੀ ਕਾਫੀ ਔਖੀ ਹੁੰਦੀ ਹੈ। ਇਸ ਨੂੰ ਅਸੀਂ ਹਾਰਡਵੇਅਰ ਗੁੰਝਲਤਾ ਬੋਲਦੇ ਹਾਂ। ਅੱਗੇ ਅਸੀਂ ਗੱਲ ਕਰਦੇ ਹਾਂ ਕਿ ਨੈਟਵਰਕ ਟਪੋਲੋਜੀਜ਼ ਕੀ ਹੁੰਦੀਆਂ ਹਨ। ਨੈਟਵਰਕ ਟਪੋਲੋਜੀਜ਼ ਤੋਂ ਭਾਵ ਕਿ ਨੈਟਵਰਕ ਦੀ ਭੌਤਿਕ ਬਣਤਰ ਜਾਂ ਵੱਖ-ਵੱਖ ਕੰਪਿਊਟਰ ਨੂੰ ਇੱਕ ਨੈਟਵਰਕ ਵਿੱਚ ਜੋੜਨ ਦਾ ਤਰੀਕਾ। ਨੈਟਵਰਕ ਟਪੋਲੋਜੀ ਦੀਆਂ ਕੁਝ ਕਿਸਮਾਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਬੱਸ ਟਪੋਲੋਜੀ, ਰਿੰਗ ਟਪੋਲੋਜੀ, ਸਟਾਰ ਟਪੋਲੋਜੀ, ਮੈਸ਼ ਟਪੋਲੋਜੀ, ਟਰੀ ਟਪੋਲੋਜੀ ਅਤੇ ਹਾਈਬ੍ਰਿਡ ਟਪੋਲੋਜੀ ਵਰਤੀ ਜਾਂਦੀ ਹੈ। ਇਹ ਸਾਰੀਆਂ ਟਪੋਲੋਜੀ ਦੀਆਂ ਕਿਸਮਾਂ ਹਨ। ਅੱਗੇ ਅਸੀਂ ਗੱਲ ਕਰਦੇ ਹਾਂ ਬੱਸ ਟਪੋਲੋਜੀ ਕੀ ਹੁੰਦੀ ਹੈ। ਬੱਸ ਟਪੋਲੋਜੀ ਇੱਕ ਬਹੁਤ ਹੀ ਸਧਾਰਨ ਨੈਟਵਰਕ ਟਪੋਲੋਜੀ ਹੈ। ਇਸ ਟਪੋਲੋਜੀ ਵਿੱਚ ਜਿੰਨੇ ਵੀ ਕੰਪਿਊਟਰ ਨੈਟਵਰਕ ਨਾਲ ਜੁੜੇ ਹੁੰਦੇ ਹਨ, ਉਹਨਾਂ ਲਈ ਇੱਕ ਸਿੱਧੀ ਤਾਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਿੱਧੀ ਤਾਰ ਇੱਕ ਤਰ੍ਹਾਂ ਨਾਲ ਰੀੜ੍ਹ ਦੀ ਹੱਡੀ ਵਾਂਗ ਕੰਮ ਕਰਦੀ ਹੈ। ਇਸ ਤਰ੍ਹਾਂ ਦੀ ਟਪੋਲੋਜੀ ਨੂੰ ਅਸੀਂ ਬੱਸ ਟਪੋਲੋਜੀ ਦੇ ਨਾਮ ਨਾਲ ਜਾਣਦੇ ਹਾਂ। ਅੱਗੇ ਅਸੀਂ ਗੱਲ ਕਰਦੇ ਹਾਂ ਰਿੰਗ ਟਪੋਲੋਜੀ। ਰਿੰਗ ਟਪੋਲੋਜੀ ਵਿੱਚ ਸਾਰੇ ਹੀ ਕੰਪਿਊਟਰ ਇੱਕ ਰਿੰਗ ਦੀ ਤਰ੍ਹਾਂ ਜਾਂ ਇੱਕ ਰਿੰਗ ਦੀ ਸ਼ੇਪ ਵਿੱਚ ਆਪਸ ਵਿੱਚ ਜੁੜੇ ਹੁੰਦੇ ਹਨ। ਇਸ ਵਿੱਚ ਹਰੇਕ ਨੋਡ ਦੇ ਅੱਗੇ ਹੋਰ ਨੋਡਸ ਵੀ ਹੁੰਦੀਆਂ ਹਨ। ਰਿੰਗ ਇੱਕ ਦਿਸ਼ਾਵੀ ਵੀ ਹੋ ਸਕਦੀ ਹੈ, ਜਿਸ ਵਿੱਚ ਸਾਰਾ ਟ੍ਰੈਫਿਕ ਰਿੰਗ ਦੁਆਲੇ ਹੀ ਚੱਲਦਾ ਹੈ। ਡਾਟਾ ਨੂੰ ਸਵੀਕਾਰ ਕਰਨ ਲੱਗੇ ਹਰੇਕ ਨੋਡ ਆਪਣਾ ਐਡਰੈਸ ਚੈੱਕ ਕਰਦਾ ਹੈ। ਜੇਕਰ ਉਹ ਡਾਟਾ ਉਸ ਨੋਡ ਲਈ ਭੇਜਿਆ ਗਿਆ ਹੈ ਤਾਂ ਉਹ ਨੋਡ ਉਸ ਡਾਟੇ ਨੂੰ ਰਿਸੀਵ ਕਰ ਲੈਂਦੀ ਹੈ, ਪਰ ਜੇ ਡਾਟਾ ਉਸ ਨੋਡ ਲਈ ਨਹੀਂ ਭੇਜਿਆ ਗਿਆ ਤਾਂ ਉਹ ਨੋਡ ਡਾਟੇ ਨੂੰ ਸਵੀਕਾਰ ਨਹੀਂ ਕਰਦੀ ਅਤੇ ਅੱਗੇ ਟ੍ਰਾਂਸਫਰ ਕਰ ਦਿੰਦੀ ਹੈ। ਸਟਾਰ ਟਪੋਲੋਜੀ। ਇਸ ਟਪੋਲੋਜੀ ਵਿੱਚ ਇੱਕ ਸੈਂਟਰਲ ਡਿਵਾਈਸ, ਜਿਸ ਨੂੰ ਹੱਬ ਕਿਹਾ ਜਾਂਦਾ ਹੈ, ਸਾਰੇ ਹੀ ਕੰਪਿਊਟਰ ਇਸ ਹੱਬ ਨਾਲ ਆਪਸ ਵਿੱਚ ਜੁੜੇ ਹੁੰਦੇ ਹਨ। ਹੱਬ ਜਾਂ ਸਵਿੱਚ ਇੱਕ ਕੇਂਦਰੀ ਨੋਡ ਹੁੰਦੀ ਹੈ, ਜਿਸ ਦੇ ਦੁਆਲੇ ਸਾਰੇ ਹੀ ਕੰਪਿਊਟਰ ਜੁੜੇ ਹੁੰਦੇ ਹਨ। ਇਹ ਦੇਖਣ ਦੇ ਵਿੱਚ ਇੱਕ ਸਟਾਰ ਦੀ ਸ਼ਕਲ ਵਿੱਚ ਦਿਖਾਈ ਦਿੰਦੀ ਹੈ। ਇਸ ਨੂੰ ਅਸੀਂ ਸਟਾਰ ਟਪੋਲੋਜੀ ਕਹਿੰਦੇ ਹਾਂ। ਮੈਸ਼ ਟਪੋਲੋਜੀ। ਮੈਸ਼ ਟਪੋਲੋਜੀ ਵਿੱਚ ਨੋਡਸ
ਨੈਟਵਰਕ ਦੇ ਅੰਦਰ ਹਰੇਕ ਦੂਜੇ ਨੋਡਸ ਨਾਲ ਜੁੜੇ ਹੁੰਦੇ ਹਨ ਅਤੇ ਹਰੇਕ ਕੰਪਿਊਟਰ ਦਾ ਸੰਬੰਧ ਬਾਕੀ ਸਾਰੇ ਕੰਪਿਊਟਰ ਨਾਲ ਸਿੱਧੇ ਤੌਰ ਤੇ ਹੁੰਦਾ ਹੈ। ਇਸ ਕਿਸਮ ਦੀ ਟੋਪੋਲੋਜੀ ਨੂੰ ਮੈਸ਼ ਟੋਪੋਲੋਜੀ ਕਿਹਾ ਜਾਂਦਾ ਹੈ। ਟਰੀ ਟੋਪੋਲੋਜੀ ਵਿੱਚ ਸਾਰੇ ਹੀ ਕੰਪਿਊਟਰ ਇੱਕ ਟਰੀ ਸਟਰਕਚਰ ਵਿੱਚ ਆਪਸ ਵਿੱਚ ਜੁੜੇ ਹੁੰਦੇ ਹਨ। ਹਰੇਕ ਨੋਡ ਦੇ ਹੇਠਾਂ ਹੋਰ ਕੰਪਿਊਟਰ ਵੀ ਹੁੰਦੇ ਹਨ। ਇਸ ਨੂੰ ਟਰੀ ਟੋਪੋਲੋਜੀ ਕਿਹਾ ਜਾਂਦਾ ਹੈ। ਹਾਈਬ੍ਰਿਡ ਟੋਪੋਲੋਜੀ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ ਨੈਟਵਰਕ ਆਪਸ ਵਿੱਚ ਜੁੜੇ ਹੁੰਦੇ ਹਨ। ਇਸ ਟੋਪੋਲੋਜੀ ਵਿੱਚ ਹੋਰ ਕਈ ਪ੍ਰਕਾਰ ਦੀਆਂ ਟੋਪੋਲੋਜੀਜ਼ ਵੀ ਹੋ ਸਕਦੀਆਂ ਹਨ, ਜਿਵੇਂ ਬੱਸ ਟੋਪੋਲੋਜੀ, ਸਟਾਰ ਟੋਪੋਲੋਜੀ, ਰਿੰਗ ਟੋਪੋਲੋਜੀ। ਸਾਰੀਆਂ ਹੀ ਟੋਪੋਲੋਜੀਜ਼ ਆਪਸ ਵਿੱਚ ਮਿਲ ਕੇ ਇੱਕ ਹਾਈਬ੍ਰਿਡ ਟੋਪੋਲੋਜੀ ਤਿਆਰ ਕਰਦੀਆਂ ਹਨ। ਸੋ ਵਿਦਿਆਰਥੀਓ, ਅੱਗੇ ਅਸੀਂ ਗੱਲ ਕਰਦੇ ਹਾਂ ਡਾਟਾ ਕਮਿਊਨੀਕੇਸ਼ਨ ਕੀ ਹੈ। ਡਾਟਾ ਕਮਿਊਨੀਕੇਸ਼ਨ ਤੋਂ ਭਾਵ ਕਿ ਜਦੋਂ ਨੈਟਵਰਕ ਦੇ ਵਿੱਚ ਕਿਸੇ ਵੀ ਕਿਸਮ ਦੀ ਜਾਣਕਾਰੀ ਜਾਂ ਡਾਟੇ ਨੂੰ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਵਿੱਚ ਭੇਜਿਆ ਜਾਂਦਾ ਹੈ ਜਾਂ ਉਸ ਦਾ ਆਦਾਨ ਪ੍ਰਦਾਨ ਕੀਤਾ ਜਾਂਦਾ ਹੈ, ਤਾਂ ਉਸ ਨੂੰ ਅਸੀਂ ਡਾਟਾ ਕਮਿਊਨੀਕੇਸ਼ਨ ਬੋਲਦੇ ਹਾਂ। ਡਾਟਾ ਕਮਿਊਨੀਕੇਸ਼ਨ ਲਈ ਸਾਨੂੰ ਹੇਠਾਂ ਲਿਖਿਆਂ ਦੀ ਲੋੜ ਪੈਂਦੀ ਹੈ, ਜਿਵੇਂ ਸੈਂਡਰ, ਮਾਧਿਅਮ, ਰਿਸੀਵਰ, ਪ੍ਰੋਟੋਕੋਲ। ਸੈਂਡਰ ਤੋਂ ਭਾਵ ਉਹ ਵਾਲਾ ਕੰਪਿਊਟਰ ਜਾਂ ਉਹ ਵਾਲਾ ਯੰਤਰ ਜਿਸ ਨੇ ਸੂਚਨਾ ਨੂੰ ਤਿਆਰ ਕਰਕੇ ਅੱਗੇ ਭੇਜਿਆ ਹੈ ਕਿਸੇ ਹੋਰ ਕੰਪਿਊਟਰ ਨੂੰ। ਮਾਧਿਅਮ ਤੋਂ ਭਾਵ ਜੋ ਸੈਂਡਰ ਤੋਂ ਸੂਚਨਾ ਲੈ ਕੇ ਰਿਸੀਵਰ ਤੱਕ ਭੇਜਦਾ ਹੈ, ਉਸ ਨੂੰ ਅਸੀਂ ਮਾਧਿਅਮ ਬੋਲਦੇ ਹਾਂ, ਜਿਸ ਵਿੱਚ ਤਾਰਾਂ, ਹੱਬ, ਰੂਟਰ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਰਿਸੀਵਰ ਉਹ ਵਾਲਾ ਕੰਪਿਊਟਰ ਜਿਸ ਨੇ ਡਾਟੇ ਨੂੰ ਪ੍ਰਾਪਤ ਕਰਨਾ ਹੈ। ਪ੍ਰੋਟੋਕੋਲ ਤੋਂ ਭਾਵ ਕੁਝ ਨਿਯਮ ਜਿਨ੍ਹਾਂ ਦੀ ਵਰਤੋਂ ਡਾਟੇ ਦੀ ਕਮਿਊਨੀਕੇਸ਼ਨ ਲਈ ਕੀਤੀ ਜਾਂਦੀ ਹੈ, ਉਹਨਾਂ ਨੂੰ ਅਸੀਂ ਪ੍ਰੋਟੋਕੋਲ ਬੋਲਦੇ ਹਾਂ। ਡਾਟਾ ਕਮਿਊਨੀਕੇਸ਼ਨ ਦੇ ਕੁਝ ਤਰੀਕੇ ਹੁੰਦੇ ਹਨ, ਜਿਨ੍ਹਾਂ ਨੂੰ ਸਿੰਪਲੈਕਸ, ਹਾਫ ਡੁਪਲੈਕਸ ਅਤੇ ਫੁੱਲ ਡੁਪਲੈਕਸ ਕਿਹਾ ਜਾਂਦਾ ਹੈ। ਸਿੰਪਲੈਕਸ ਤੋਂ ਭਾਵ ਕਿ ਡਾਟੇ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਭੇਜਣਾ, ਪਰ ਸਿਰਫ ਇੱਕੋ ਹੀ ਦਿਸ਼ਾ ਦੇ ਵਿੱਚ। ਇਸ ਨੂੰ ਅਸੀਂ ਸਿੰਪਲੈਕਸ ਬੋਲਦੇ ਹਾਂ। ਇਸ ਵਿੱਚ ਡਾਟੇ ਦਾ ਵਾਪਸ ਮੁੜ ਕੇ ਆਉਣਾ ਸੰਭਵ ਨਹੀਂ ਹੈ। ਡਾਟਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਂਦਾ ਹੈ, ਪਰ ਸਿਰਫ ਇੱਕੋ ਹੀ ਦਿਸ਼ਾ ਦੇ ਵਿੱਚ ਟਰਾਂਸਫਰ ਹੁੰਦਾ ਹੈ। ਹਾਫ ਡੁਪਲੈਕਸ ਤੋਂ ਭਾਵ ਜਿਸ ਵਿੱਚ ਡਾਟਾ ਦੋਨਾਂ ਦਿਸ਼ਾਵਾਂ ਵਿੱਚ ਟਰਾਂਸਫਰ ਹੋ ਸਕੇ, ਉਸ ਨੂੰ ਅਸੀਂ ਹਾਫ ਡੁਪਲੈਕਸ ਬੋਲਦੇ ਹਾਂ। ਇਸ ਵਿੱਚ ਡਾਟਾ ਦੋਨਾਂ ਦਿਸ਼ਾਵਾਂ ਤੇ ਟਰਾਂਸਫਰ ਹੁੰਦਾ ਹੈ, ਪਰ ਇੱਕ ਸਮੇਂ ਤੇ ਡਾਟਾ ਸਿਰਫ ਇੱਕੋ ਹੀ ਦਿਸ਼ਾ ਵਿੱਚ ਟਰਾਂਸਫਰ ਹੋ ਸਕਦਾ ਹੈ। ਅੱਗੇ ਨੰਬਰ 3 ਹੈ ਫੁੱਲ ਡੁਪਲੈਕਸ। ਫੁੱਲ ਡੁਪਲੈਕਸ ਤੋਂ ਭਾਵ ਕਿ ਡਾਟੇ ਨੂੰ ਦੋਨਾਂ ਦਿਸ਼ਾਵਾਂ ਵਿੱਚ ਟਰਾਂਸਫਰ ਕਰਨਾ, ਜਿਸ ਵਿੱਚ ਸਮੇਂ ਦੀ ਕੋਈ ਸੀਮਾ ਨਹੀਂ ਹੁੰਦੀ, ਭਾਵ ਕਿ ਇੱਕੋ ਹੀ ਸਮੇਂ ਤੇ ਡਾਟਾ ਦੋਨਾਂ ਦਿਸ਼ਾਵਾਂ ਵਿੱਚ ਟਰਾਂਸਫਰ ਹੁੰਦਾ ਹੈ। ਇਹਨਾਂ ਨੂੰ ਅਸੀਂ ਡਾਟਾ ਕਮਿਊਨੀਕੇਸ਼ਨ ਦੇ ਤਰੀਕੇ ਬੋਲਦੇ ਹਾਂ। ਨੈਟਵਰਕ ਦੀਆਂ ਕਈ ਕਿਸਮਾਂ ਹੁੰਦੀਆਂ ਹਨ, ਜਿਵੇਂ ਪਰਸਨਲ ਏਰੀਆ ਨੈਟਵਰਕ, ਲੋਕਲ ਏਰੀਆ ਨੈਟਵਰਕ, ਵਾਈਡ ਏਰੀਆ ਨੈਟਵਰਕ ਅਤੇ ਮੈਟਰੋਪੋਲੀਟਨ ਏਰੀਆ ਨੈਟਵਰਕ। ਪਰਸਨਲ ਏਰੀਆ ਨੈਟਵਰਕ, ਜਿਹਨੂੰ ਅਸੀਂ ਪੈਨ ਬੋਲਦੇ ਹਾਂ, ਇੱਕ ਕਿਸਮ ਦਾ ਕੰਪਿਊਟਰ ਨੈਟਵਰਕ ਹੈ ਜੋ ਕਿਸੇ ਇੱਕ ਬਿਲਡਿੰਗ ਜਾਂ ਕਿਸੇ ਇੱਕ ਇਕੱਲੇ ਵਿਅਕਤੀ ਦੇ ਆਲੇ ਦੁਆਲੇ ਲੱਗਿਆ ਹੁੰਦਾ ਹੈ। ਇਹ ਤੁਹਾਡੇ ਘਰ ਵਿੱਚ ਵੀ ਹੋ ਸਕਦਾ ਹੈ, ਜਿਵੇਂ ਤੁਹਾਡੇ ਘਰ ਦੇ ਵਿੱਚ ਤੁਹਾਡਾ ਮੋਬਾਈਲ ਤੁਹਾਡੇ ਵਾਈਫਾਈ ਨਾਲ ਅਟੈਚ ਹੁੰਦਾ ਹੈ, ਤੁਹਾਡਾ ਕੰਪਿਊਟਰ ਤੁਹਾਡੇ ਵਾਈਫਾਈ ਨਾਲ ਅਟੈਚ ਹੁੰਦਾ ਹੈ, ਤੁਹਾਡਾ ਟੈਲੀਵਿਜ਼ਨ ਵਾਈਫਾਈ ਨਾਲ ਅਟੈਚ ਹੁੰਦੀ ਹੈ। ਇਸ ਕਿਸਮ ਦੇ ਨੈਟਵਰਕ ਨੂੰ ਪਰਸਨਲ ਏਰੀਆ ਨੈਟਵਰਕ ਕਿਹਾ ਜਾਂਦਾ ਹੈ। ਇਹ ਕਿਸੇ ਵਿਅਕਤੀ ਦਾ ਪਰਸਨਲ ਨੈਟਵਰਕ ਹੁੰਦਾ ਹੈ। ਲੋਕਲ ਏਰੀਆ ਨੈਟਵਰਕ ਲੈਨ। ਲੋਕਲ ਏਰੀਆ ਨੈਟਵਰਕ ਤੋਂ ਭਾਵ ਕਿਸੇ ਇੱਕ ਦਫ਼ਤਰ, ਘਰ ਜਾਂ ਕਿਸੇ ਇੱਕ ਬਿਲਡਿੰਗ ਵਿੱਚ ਵੱਖ-ਵੱਖ ਕੰਪਿਊਟਰ ਨੂੰ ਜਦੋਂ ਆਪਸ ਵਿੱਚ ਜੋੜਿਆ ਜਾਂਦਾ ਹੈ, ਤਾਂ ਉਸ ਨੂੰ ਲੋਕਲ ਏਰੀਆ ਨੈਟਵਰਕ ਕਿਹਾ ਜਾਂਦਾ ਹੈ। ਮੈਟਰੋਪੋਲੀਟਨ ਏਰੀਆ ਨੈਟਵਰਕ। ਇਸ ਤੋਂ ਭਾਵ
ਕਿ ਜਦੋਂ ਕਿਸੇ ਸ਼ਹਿਰ ਦੇ ਵੱਖ-ਵੱਖ ਕੰਪਿਊਟਰ ਨੂੰ ਆਪਸ ਵਿੱਚ ਜੋੜ ਦਿੱਤਾ ਜਾਂਦਾ ਹੈ ਤਾਂ ਇਸ ਕਿਸਮ ਦੇ ਨੈਟਵਰਕ ਨੂੰ ਮੈਟਰੋਪੋਲੀਟਨ ਏਰੀਆ ਨੈਟਵਰਕ ਕਿਹਾ ਜਾਂਦਾ ਹੈ। ਵਾਈਡ ਏਰੀਆ ਨੈਟਵਰਕ ਇੱਕ ਬਹੁਤ ਹੀ ਵੱਡੇ ਖੇਤਰ ਵਿੱਚ ਫੈਲਿਆ ਨੈਟਵਰਕ ਹੁੰਦਾ ਹੈ, ਜਿਵੇਂ ਕਿਸੇ ਇੱਕ ਦੇਸ਼, ਇੱਕ ਮਹਾਂਦੀਪ ਜਾਂ ਪੂਰੀ ਦੁਨੀਆ। ਇਸ ਨੂੰ ਅਸੀਂ ਵਾਈਡ ਏਰੀਆ ਨੈਟਵਰਕ ਬੋਲਦੇ ਹਾਂ। ਵਾਈਡ ਏਰੀਆ ਨੈਟਵਰਕ ਦੇ ਵਿੱਚ ਹੋਰ ਕਈ ਪ੍ਰਕਾਰ ਦੇ ਨੈਟਵਰਕ ਵੀ ਹੋ ਸਕਦੇ ਹਨ, ਜਿਵੇਂ LAN। ਸੋ ਪਿਆਰੇ ਵਿਦਿਆਰਥੀਓ, ਇਹ ਸੀ ਤੁਹਾਡਾ ਪਾਠ ਨੰਬਰ 3, ਜਿਸ ਵਿੱਚ ਅਸੀਂ ਗੱਲ ਕੀਤੀ ਨੈਟਵਰਕਿੰਗ ਦੇ ਬਾਰੇ। ਉਮੀਦ ਹੈ ਕਿ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਸੋ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਜ਼ਰੂਰ ਕਰ ਦੇਣਾ, ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਵੀ ਤੁਸੀਂ ਇੱਥੇ ਦੇਖ ਸਕੋ।